ਕੰਪਲੀਟ ਦੇਖਣਾ ਤੇ ਸਾਰੇ ਪ੍ਰਸ਼ਨ ਯਾਦ ਕਰਨੇ। ਤਾਂ ਚਲੋ ਸ਼ੁਰੂ ਕਰਦੇ ਹਾਂ ਅੱਜ ਦੇ ਇਸ ਵੀਡੀਓ ਨੂੰ। ਤਾਂ ਸਭ ਤੋਂ ਪਹਿਲਾਂ ਕਮੈਂਟ ਕਰਕੇ ਦੱਸ ਦਿਓ ਕਿ ਤੁਹਾਡਾ ਪਹਿਲਾ ਅੰਗਰੇਜ਼ੀ ਦਾ ਪੇਪਰ ਕਿਵੇਂ ਰਿਹਾ। ਆਪਾਂ ਤੁਹਾਡੀ ਅੰਗਰੇਜ਼ੀ ਦੇ ਪੇਪਰ ਦੀ ਤਿਆਰੀ ਲਈ 2 ਵੀਡੀਓ ਪਾਈਆਂ ਸੀ, ਦੋਨਾਂ 'ਚ ਬਹੁਤ ਮਹੱਤਵਪੂਰਨ ਪ੍ਰਸ਼ਨ ਦੱਸੇ ਸੀ। ਸੋ ਕਮੈਂਟ ਕਰਕੇ ਦੱਸ ਦਿਓ ਤੁਹਾਡਾ ਅੰਗਰੇਜ਼ੀ ਦਾ ਪੇਪਰ ਕਿਵੇਂ ਰਿਹਾ। ਸੋ ਹੁਣ ਆਪਣਾ ਅਗਲਾ ਪੇਪਰ ਹੈ ਕਲਾਸ 9 ਦਾ ਕੰਪਿਊਟਰ ਸਾਇੰਸ ਦਾ, ਠੀਕ ਹੈ, ਪ੍ਰੀ ਬੋਰਡ ਐਗਜ਼ਾਮੀਨੇਸ਼ਨ 2024। ਸਮਾਂ ਹੈਗਾ 3 ਘੰਟਿਆਂ ਦਾ ਅਤੇ ਕੁੱਲ ਅੰਕ ਹੋਣਗੇ ਆਪਣੇ 50, ਠੀਕ ਹੈ। ਪ੍ਰਸ਼ਨ ਪੱਤਰ ਆਪਣਾ ਕੰਪਿਊਟਰ ਦਾ 50 ਅੰਕਾਂ ਦਾ ਹੁੰਦਾ ਹੈ। ਸਭ ਤੋਂ ਪਹਿਲਾਂ ਆਪਾਂ ਨੂੰ ਨੋਟ ਦਿੱਤਾ ਗਿਆ ਹੈ पार्ट ए कंसिस्ट ऑफ 20 ऑब्जेक्टिव टाइप क्वेश्चंस, ठीक है। अपने कोल पार्ट ए विच 1 अंक के 20 ऑब्जेक्टिव टाइप क्वेश्चन पूछे गए हैं, इन्हां दे आपां सही आंसर्स देने हैं। सो अपना पार्ट ए दा पहला है क्वेश्चन जिस विच अपने कोल मल्टीपल चॉइस क्वेश्चन पूछे गए हैं, ठीक है, बहुविकल्पी प्रश्न। पर अपना पंजाबी ते इंग्लिश मीडियम दोनों के विद्यार्थियों लई है, इहनूं पूरा जरूर देखना है। सो अपना पहला प्रश्न है डैश एक इंडियन डिजिटल सर्विस है जो भारत सरकार के इलैक्ट्रॉनिक्स और सूचना टैक्नोलॉजी मंत्रालय द्वारा डिजिटल इंडिया पहल के तहत प्रदान की गई सी। ऑप्शन है अपने कोल डिजी लॉकर, डिजी प्रोग्राम, डिजी हैकर या डिजी बैंकर। सो पहले का सही उत्तर अपना ऑप्शन ऊड़ा होगा डिजी लॉकर। इस तो बाद अपना अगला प्रश्न है दूजा है इन्हां ਵਿੱਚੋਂ ਕਿਹੜਾ ਐਕਸਲ ਵਿੱਚ ਮੌਜੂਦ ਵਿਊ ਨਹੀਂ ਹੈ। पेज लेआउट, पेज ब्रेक प्रीव्यू, नॉर्मल जो उपरोक्त विचों कोई नहीं। सो इसका करेक्ट आंसर अपना ऑप्शन सस्ता होगा उपरोक्त विचों कोई नहीं। अगला प्रश्न है अपना तीजा है हरेक नवी बनाई गई वर्कबुक विच पहला तो बणियां शामिल होंदियां हन 5, 2, 255 या 3। सो इसका सही उत्तर ऑप्शन सस्ता है अपना 3 शामिल होंदियां हन, ठीक है। इस तो बाद अपना अगला प्रश्न है चौथा MS एक्सेल का किहड़ा टूल किसी कॉलम विचों केवल विलक्षण मुल पता करने लई वरतिया जाता है। डाटा वैलीडेशन, टेक्स्ट टू कॉलम फार्मूला, रिमूव डुप्लीकेट। सो अपने चौथे प्रश्न का उत्तर भी ऑप्शन सस्ता होगा रिमूव डुप्लीकेट। अगला प्रश्न है अपना पंजवां है डैश वर्कशीट डाटा ਅਤੇ ਪ੍ਰਿੰਟ ਕੀਤੇ ਜਾਣ ਵਾਲੇ ਪੇਜ ਦੇ ਕਿਨਾਰਿਆਂ ਦੇ ਵਿਚਕਾਰ ਦੀ ਖਾਲੀ ਥਾਂ ਹੁੰਦੀ ਹੈ। ਪੇਪਰ ਸਾਈਜ਼, ਪ੍ਰਿੰਟ ਏਰੀਆ, ਮਾਰਜਨ ਜਾਂ ਪ੍ਰਿੰਟ ਪ੍ਰੀਵਿਊ। ਸੋ ਆਪਣੇ ਇਸ ਪ੍ਰਸ਼ਨ ਦਾ ਕਰੈਕਟ ਆਂਸਰ ਆਪਸ਼ਨ ਈਡੀ ਹੋਵੇਗੀ ਮਾਰਜਨ। ਅਗਲਾ ਪ੍ਰਸ਼ਨ ਹੈ ਆਪਣਾ 6ਵਾਂ ਹੈ ਡੈਸ਼ ਤੋਂ ਭਾਵ ਹੈ ਉਹ ਨਿਯਮ ਅਤੇ ਨਿਰਦੇਸ਼ ਜੋ ਡਾਟਾਬੇਸ ਨੂੰ ਡਿਜ਼ਾਈਨ ਕਰਨ ਅਤੇ ਡਾਟਾਬੇਸ ਮੈਨੇਜਮੈਂਟ ਸਿਸਟਮ ਦੀ ਵਰਤੋਂ ਕਰਨ ਵਿੱਚ ਸਹਾਇਤਾ ਕਰਦੇ ਹਨ। ਸੂਚਨਾ, ਪ੍ਰੋਸੀਜਰੇਜ, ਐਪਲੀਕੇਸ਼ਨ ਪ੍ਰੋਗਰਾਮ ਜਾਂ ਸਿਸਟਮ ਪ੍ਰੋਗਰਾਮ। ਸੋ ਇਸ ਦਾ ਕਰੈਕਟ ਆਂਸਰ ਆਪਣਾ ਆਪਸ਼ਨ ਐਡ ਹੋਵੇਗਾ ਪ੍ਰੋਸੀਜਰਸ, ਠੀਕ ਹੈ, ਪ੍ਰੋਸੀਜਰਸ। तो ਇਹ ਹਨ ਆਪਣੇ 21 ਅੰਕ ਦੇ ਤੁਹਾਡੇ ਬਹੁ ਵਿਕਲਪੀ ਪ੍ਰਸ਼ਨ। ਇਸ ਤੋਂ ਬਾਅਦ ਆਪਣੇ ਕੋਲ ਦੂਜਾ ਪ੍ਰਸ਼ਨ ਹੈ ਫਿਲਿੰਗ ਦਾ ਬਲੈਂਕਸ, ਠੀਕ ਹੈ। ਸੋ ਆਪਾਂ ਇਹਨਾਂ ਦੇ ਆਪਾਂ ਫਿਲ ਬਲੈਂਕਸ ਫਿਲ ਕਰਨੀਆਂ ਹਨ। ਸੋ ਆਪਣਾ ਪਹਿਲਾ ਪ੍ਰਸ਼ਨ ਹੈ ਡੈਸ਼ ਇੱਕ ਉਪਕਰਨ ਹੈ ਜੋ ਤੁਹਾਨੂੰ ਕਈ ਕੰਪਿਊਟਰਾਂ ਨੂੰ ਇੱਕ ਨੈਟਵਰਕ ਉਪਕਰਨ ਨਾਲ ਜੋੜਨ ਦੀ ਆਗਿਆ ਦਿੰਦਾ ਹੈ। ਸੋ ਆਪਣੇ ਪਹਿਲੇ ਪ੍ਰਸ਼ਨ ਦਾ ਉੱਤਰ ਹੈ ਹੱਬ, ਠੀਕ ਹੈ। ਹੱਬ ਇੱਕ ਉਪਕਰਨ ਹੈ ਜੋ ਤੁਹਾਨੂੰ ਕਈ ਕੰਪਿਊਟਰਾਂ ਨੂੰ ਇੱਕ ਨੈਟਵਰਕ ਉਪਕਰਨ ਨਾਲ ਜੋੜਨ ਦੀ ਆਗਿਆ ਦਿੰਦਾ ਹੈ। ਅਗਲਾ ਪ੍ਰਸ਼ਨ ਹੈ ਆਪਣਾ ਦੂਜਾ ਰਾਸ਼ਟਰੀ ਲੈਵਲ ਦੀਆਂ ਈ ਗਵਰਨੈਂਸ ਸੇਵਾਵਾਂ ਡੈਸ਼ ਸਰਕਾਰ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਹਨ। ਇੱਥੇ ਆਪਾਂ ਨੂੰ ਕਿਹਾ ਗਿਆ ਰਾਸ਼ਟਰੀ ਲੈਵਲ, ਠੀਕ ਹੈ, ਇਸ ਲਈ ਰਾਸ਼ਟਰੀ ਹੋਵੇਗਾ, ਠੀਕ ਹੈ। ਰਾਸ਼ਟਰੀ ਲੈਵਲ ਦੀਆਂ ਈ ਗਵਰਨੈਂਸ ਸੇਵਾਵਾਂ ਰਾਸ਼ਟਰੀ ਸਰਕਾਰ ਦੁਆਰਾ ਹੀ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਸੋ ਦੂਜੀ ਦਾ ਉੱਤਰ ਆਪਣਾ ਰਾਸ਼ਟਰੀ। ਸੋ ਇਸ ਤੋਂ ਬਾਅਦ ਆਪਣਾ ਅਗਲਾ ਪ੍ਰਸ਼ਨ ਹੈ ਤੀਜਾ ਹੈ ਪੈਨ ਦਾ ਪੂਰਾ ਨਾਮ ਦਿਓ। ਹੁਣ ਆਪਾਂ ਇੱਥੇ ਫੁੱਲ ਫਾਰਮਸ ਫਿਲ ਕਰਨੀਆਂ ਹਨ। ਪਹਿਲਾ अपना पैन की फुल फॉर्म होंगी अपनी पर्सनल एरिया नेटवर्क। इस तो बाद अपना चौथा प्रश्न है G2E का पूरा नाम की है। G2E का पूरा नाम होता है गवर्नमेंट टू एम्पलॉय, ठीक है, गवर्नमेंट टू एम्पलॉय G2E की फुल फॉर्म है। G2G का पूरा नाम दसना है गवर्नमेंट टू गवर्नमेंट, ठीक है, G2G की फुल फॉर्म होंगी है। इस तो बाद अपना अगला प्रश्न है जिवें कि तुसीं देख सकते हो SQL का पूरा नाम दसो। सो आपां नूं प्रश्न है SQL का पूरा नाम दसना है। इसका अपना आंसर है स्ट्रक्चर्ड क्यूरी लैंग्वेज। स्ट्रक्चर्ड क्यूरी लैंग्वेज इसका फुल फॉर्म होंगी है। सो ये हैं अपने 1 अंक के खाली थावां ते फुल फॉर्म। इस तो बाद अपना प्रश्न तीजा है डू एज गिवन बिलो। हुण अपने कोल इत्थे सही गल दसने हैं ते प्रश्नां दे आंसर दसने हैं। सो अपना पहला प्रश्न है ਅਸੀਂ ਨੈਟਵਰਕ ਉਪਕਰਨਾਂ ਵਿੱਚ ਹਾਰਡਵੇਅਰ ਜਾਂ ਸੌਫਟਵੇਅਰ ਨੂੰ ਸ਼ੇਅਰ ਨਹੀਂ ਕਰ ਸਕਦੇ, ਸਹੀ ਜਾਂ ਗਲਤ। ਸੋ ਇਹ ਆਪਣਾ ਗਲਤ ਹੈ, ਠੀਕ ਹੈ, ਆਪਾਂ ਕਰ ਸਕਦੇ ਹਾਂ। ਅਗਲਾ ਪ੍ਰਸ਼ਨ ਹੈ ਆਪਣਾ ਦੂਜਾ ਸਪਾਈਵੇਅਰ ਈਮੇਲ ਰਾਹੀਂ ਧੋਖਾਧੜੀ ਕਰਨ ਦੀ ਇੱਕ ਵਿਧੀ ਹੈ ਜਿਸ ਵਿੱਚ ਧੋਖਾ ਕਰਨ ਵਾਲਾ ਵਿਅਕਤੀ ਨਿੱਜੀ ਅਤੇ ਵਿੱਤੀ ਜਾਣਕਾਰੀ ਇਕੱਠੀ ਕਰਨ ਲਈ ਕੋਸ਼ਿਸ਼ ਵਿੱਚ ਜਾਇਜ਼ ਦਿਖਣ ਵਾਲੀ ਈਮੇਲ ਭੇਜਦਾ ਹੈ। ਸੋ ਇਹ ਆਪਣਾ ਗਲਤ ਹੋਵੇਗਾ। अगला प्रश्न है अपना तीजा है ਅਸੀਂ फिल हैंडल की वरतों करते हुए MS एक्सेल विच नंबर सीरीज भर सकते हैं, ये अपना सही होगा। चौथा प्रश्न है कंडीशनल फॉर्मेटिंग MS एक्सेल का एक टूल या कमांड है जो मूल के आधार पर सैल की रेस विच फॉर्मेट लागू करने लिए वरत्या जाता है, ये भी अपना सही होगा। अगला प्रश्न है अपना पंजवां है
ਸਮ ਫੰਕਸ਼ਨ ਦੀ ਵਰਤੋਂ ਕਿਸੇ ਖਾਸ ਰੇਂਜ ਵਿੱਚ ਜੋੜ ਪਤਾ ਕਰਨ ਲਈ ਕੀਤੀ ਜਾਂਦੀ ਹੈ। ਸੋ ਇਹ ਵੀ ਆਪਣਾ ਸਹੀ ਹੋਵੇਗਾ। ਅਗਲਾ ਪ੍ਰਸ਼ਨ ਹੈ ਆਪਣਾ 6ਵਾਂ, ਮਾਰਜਨ ਇੱਕ ਪੇਜ ਦੇ ਉੱਪਰ ਹੇਠਾਂ ਖੱਬੇ ਸੱਜੇ ਹੈਡਰ ਅਤੇ ਫੂਟਰ ਤੇ ਹੋ ਸਕਦੀਆਂ ਹਨ। ਸਹੀ ਹੈ, ਗਲਤ? ਇਹ ਵੀ ਆਪਣਾ ਸਹੀ ਹੋਵੇਗਾ। ਠੀਕ ਹੈ, ਸੋ ਇਹ ਸਾਰੇ ਸਹੀ ਹਨ। ਇਸ ਤੋਂ ਬਾਅਦ ਆਪਣਾ 7ਵਾਂ ਪ੍ਰਸ਼ਨ ਹੈ, MS ਐਕਸਲ ਵਿੱਚ ਕੋਈ ਪਹਿਲਾਂ ਬਣੀ ਫਾਈਲ ਖੋਲ੍ਹਣ ਲਈ ਸ਼ਾਰਟ ਕੀਜ਼ ਦੱਸੋ। ਇੱਥੇ ਆਪਾਂ ਕੀਜ਼ ਦੱਸਣੀ ਹੈ। MS ਐਕਸਲ ਵਿੱਚ ਕੋਈ ਪਹਿਲਾਂ ਬਣੀ ਫਾਈਲ ਹੈ, ਉਹਨੂੰ ਆਪਾਂ ਓਪਨ ਕਰਨਾ ਹੈ, ਉਸ ਲਈ ਕਿਹੜੀ ਆਪਾਂ ਕੀ ਵਰਤੋਂ ਕਰਾਂਗੇ। ਸੋ ਇਸ ਦਾ ਆਪਣਾ ਆਂਸਰ ਹੋਵੇਗਾ Ctrl+O। ਠੀਕ ਹੈ, Ctrl+O। ਪਹਿਲੇ ਦਾ ਆਪਣਾ ਇਹ ਉੱਤਰ ਹੋਵੇਗਾ 7ਵੇਂ ਦਾ। ਇਸ ਤੋਂ ਬਾਅਦ ਆਪਣਾ ਦੂਜਾ ਪ੍ਰਸ਼ਨ ਹੈ, MS ਐਕਸਲ ਵਿੱਚ ਪੋਸਟ ਕਰਨ ਲਈ ਸ਼ਾਰਟਕਟ ਕੀਜ਼। ਇੱਥੇ ਪੋਸਟ ਕਰਨ ਲਈ ਸ਼ਾਰਟਕਟ ਕੀ ਹੈ? Ctrl+V ਹੋਵੇਗਾ। ਠੀਕ ਹੈ, Ctrl+V। ਸੋ ਇਹ ਆਪਣੇ 8ਵੇਂ ਦਾ ਉੱਤਰ ਹੈ। ਸੋ ਇਹ ਹਨ ਤੁਹਾਡੇ 1 ਅੰਕਾਂ ਦੇ 20 ਆਬਜੈਕਟਿਵ ਟਾਈਪ ਕੁਐਸਚਨਸ। ਇਹਨਾਂ ਦੇ ਆਂਸਰ ਆਪਾਂ ਇਸ ਤਰ੍ਹਾਂ ਦੇਣੇ ਹਨ। ਸੋ ਜੇਕਰ ਤੁਸੀਂ ਵੀਡੀਓ ਨੂੰ ਲਾਈਕ ਨਹੀਂ ਕੀਤਾ, ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ YouTube ਚੈਨਲ ਔਰ ਇੰਡੀਅਨ ਐਜੂਕੇਸ਼ਨ ਨੂੰ ਸਬਸਕ੍ਰਾਈਬ ਕਰ ਦਿਓ, ਕਿਉਂਕਿ ਤੁਹਾਨੂੰ ਆਪਾਂ ਇਸ ਚੈਨਲ ਦੇ ਮਾਧਿਅਮ ਰਾਹੀਂ ਬਾਕੀ ਪੇਪਰਾਂ ਦੀ ਤਿਆਰੀ ਵੀ ਕਰਵਾਵਾਂਗੇ। ਇਸ ਲਈ ਚੈਨਲ ਨੂੰ ਕਰ ਦੇਣਾ ਸਬਸਕ੍ਰਾਈਬ। ਇਸ ਤੋਂ ਬਾਅਦ ਆਪਣਾ ਭਾਗ B ਹੈ, ਜਿਸ ਵਿੱਚ ਆਪਣੇ ਕੋਲ ਸ਼ਾਰਟ ਆਂਸਰ ਟਾਈਪ ਕੁਐਸਚਨ ਪੁੱਛੇ ਗਏ ਹਨ। ਠੀਕ ਹੈ, ਸੋ ਇਹ ਵਾਲੇ ਪ੍ਰਸ਼ਨ ਆਪਣੇ 3-3 ਅੰਕ ਦੇ ਹੋਣਗੇ, ਜਿਸ ਵਿੱਚ ਆਪਣੇ ਕੋਲ ਅੰਦਰੂਨੀ ਛੋਟ ਵਾਲੇ ਵੀ ਪ੍ਰਸ਼ਨ ਹਨ। ਸੋ ਆਪਣਾ ਪਹਿਲਾ ਪ੍ਰਸ਼ਨ ਹੈ, ਚੌਥਾ ਹੈ, ਕਿਸੇ ਵੀ ਚਾਰਟ ਨੈਟਵਰਕ ਟੋਪੋਲੋਜੀਜ਼ ਦੇ ਨਾਮ ਲਿਖੋ। ਸੋ ਇਸ ਪ੍ਰਸ਼ਨ ਦਾ ਉੱਤਰ ਆਪਾਂ ਇਸ ਤਰ੍ਹਾਂ ਕਰਨਾ, ਆਪਾਂ ਕਿਸੇ ਵੀ ਚਾਰ ਨੈਟਵਰਕ ਟੋਪੋਲੋਜੀ ਦੇ ਨਾਮ ਲਿਖਣੇ ਆ। ਪਹਿਲਾ ਲਿਖ ਲਓ ਬੱਸ ਟੋਪੋਲੋਜੀ, ਦੂਜਾ ਰਿੰਗ ਟੋਪੋਲੋਜੀ, ਤੀਜਾ ਸਟਾਰ ਟੋਪੋਲੋਜੀ, ਚੌਥਾ ਮੈਸ਼ ਟੋਪੋਲੋਜੀ, ਟਰੀ ਟੋਪੋਲੋਜੀ ਤੇ ਹਾਈਬ੍ਰਿਡ ਟੋਪੋਲੋਜੀ। ਠੀਕ ਹੈ, ਇੱਥੇ ਆਪਾਂ ਨੂੰ ਇੱਕ ਚਿੱਤਰ ਵੀ ਦਿੱਤਾ ਗਿਆ ਹੈ, ਤੁਸੀਂ ਇਸ ਚਿੱਤਰ ਵਿੱਚ ਨੈਟਵਰਕ ਟੋਪੋਲੋਜੀ ਦੀ ਕਿਸਮਾਂ ਵੀ ਦੱਸੀਆਂ ਗਈਆਂ ਹਨ। ਠੀਕ ਹੈ, ਸੋ ਇਸ ਪ੍ਰਸ਼ਨ ਨੂੰ ਆਪਾਂ ਇਸ ਤਰ੍ਹਾਂ ਕਰਨਾ ਹੈ। ਨੈਕਸਟ ਹੈ ਆਪਣਾ 5ਵਾਂ ਪ੍ਰਸ਼ਨ ਹੈ, MS ਐਕਸਲ ਨੂੰ ਪਰਿਭਾਸ਼ਿਤ ਕਰੋ। ਇਹ ਬਹੁਤ ਹੀ ਇਹਦਾ ਮਹੱਤਵਪੂਰਨ ਪ੍ਰਸ਼ਨ ਹੈ। ਇਸ ਦਾ ਆਂਸਰ ਆਪਾਂ ਇਸ ਤਰ੍ਹਾਂ ਕਰਨਾ ਹੈ, ਮਾਈਕਰੋਸਾਫਟ ਐਕਸਲ ਇੱਕ ਸਪਰੈਡਸ਼ੀਟ ਪ੍ਰੋਗਰਾਮ ਹੈ ਜੋ ਮਾਈਕਰੋਸਾਫਟ ਕੰਪਨੀ ਦੁਆਰਾ ਤਿਆਰ ਕੀਤਾ ਗਿਆ ਹੈ। ਇਹ ਮਾਈਕਰੋਸਾਫਟ ਆਫਿਸ ਇੱਕ ਭਾਗ ਹੈ। ਇਸ ਦੀ ਵਰਤੋਂ ਡਾਟਾ ਨੂੰ ਰੋਜ਼ ਅਤੇ ਕਾਲਮਾਂ ਵਿੱਚ ਵਿਵਸਥਿਤ ਕਰਨ ਅਤੇ ਗਣਿਤਿਕ ਗਣਨਾਵਾਂ ਕਰਨ ਲਈ ਕੀਤੀ ਜਾਂਦੀ ਹੈ। ਅਸੀਂ ਚਾਰਟ ਅਤੇ ਗ੍ਰਾਫਿਕਸ ਦੀ ਵਰਤੋਂ ਕਰਕੇ ਡਾਟਾ ਨੂੰ ਗ੍ਰਾਫਿਕਲ ਰੂਪ ਵਿੱਚ ਵੀ ਦਰਸਾ ਸਕਦੇ ਹਾਂ। ਐਕਸਲ ਵਿੱਚ ਬਣਾਈਆਂ ਗਈਆਂ ਫਾਈਲਾਂ ਨੂੰ ਵਰਕਬੁੱਕ ਕਿਹਾ ਜਾਂਦਾ ਹੈ ਤੇ ਉਹਨਾਂ ਨੂੰ XLS ਜਾਂ XLX ਐਕਸਟੈਂਸ਼ਨ ਨਾਲ ਸੇਵ ਕੀਤਾ ਜਾਂਦਾ ਹੈ। ਨੈਕਸਟ ਹੈ ਆਪਣਾ 6ਵਾਂ ਪ੍ਰਸ਼ਨ ਹੈ, ਅਲਾਈਨਮੈਂਟ ਅਤੇ ਇਸ ਦੀਆਂ ਕਿਸਮਾਂ ਦੀ ਵਿਆਖਿਆ ਕਰੋ ਜਾਂ ਚਾਰਟਸ ਕੀ ਹੁੰਦੇ ਹਨ। ਸੋ ਵੈਸੇ ਤਾਂ ਦੋਨੋਂ ਪ੍ਰਸ਼ਨ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਅਤੇ ਸੌਖੇ ਹਨ, ਬਟ ਜੋ ਦੂਜਾ ਪ੍ਰਸ਼ਨ ਹੈ ਚਾਰਟਸ ਕੀ ਹੁੰਦੇ ਹਨ, ਇਹ ਬਹੁਤ ਹੀ ਜ਼ਿਆਦਾ ਸੌਖਾ ਹੈ। ਸੋ ਇਸ ਦਾ ਆਂਸਰ ਆਪਾਂ ਇਸ ਤਰ੍ਹਾਂ ਕਰਨਾ ਹੈ, ਚਾਰਟ ਐਕਸਲ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ। ਡਾਟਾ ਨੂੰ ਗ੍ਰਾਫਿਕਲ ਰੂਪ ਵਿੱਚ ਦਰਸਾਉਣ ਲਈ ਚਾਰਟ ਦੀ ਵਰਤੋਂ ਕੀਤੀ ਜਾਂਦੀ ਹੈ। ਡਾਟਾ ਨੂੰ ਵਧੀਆ ਤਰੀਕੇ ਨਾਲ ਸਮਝਣ ਲਈ ਚਾਰਟ ਬਹੁਤ ਲਾਭਦਾਇਕ ਹੁੰਦੇ ਹਨ। ਮੁੱਲਾਂ ਦੀ ਤੁਲਨਾ ਕਰਨ ਲਈ ਜਾਂ ਡਾਟਾ ਵਿੱਚ ਰੁਝਾਨ ਦਿਖਾਉਣ ਲਈ ਚਾਰਟ ਸਭ ਤੋਂ ਵਧੀਆ ਤਰੀਕਾ ਹੁੰਦੇ ਹਨ। ਅਸੀਂ ਐਕਸਲ ਵਿੱਚ ਕਈ ਤਰ੍ਹਾਂ ਦੇ ਚਾਰਟ ਬਣਾ ਸਕਦੇ ਹਾਂ, ਜਿਵੇਂ ਪਾਈ ਚਾਰਟ, ਕਾਲਮ ਚਾਰਟ, ਲਾਈਨ ਚਾਰਟ, ਬਾਰ ਚਾਰਟ ਅਤੇ ਏਰੀਆ ਚਾਰਟ ਆਦਿ। ਚਾਰਟਸ ਕੀ ਹੁੰਦੇ ਹਨ, ਇਸ ਦਾ ਆਂਸਰ ਆਪਾਂ ਇਸ ਤਰ੍ਹਾਂ ਕਰਨਾ ਹੈ। ਸੋ 6ਵਾਂ ਪ੍ਰਸ਼ਨ ਕਰਨ ਤੋਂ ਬਾਅਦ ਹੁਣ ਆਪਣਾ ਅਗਲਾ ਪ੍ਰਸ਼ਨ ਹੈ 7ਵਾਂ। ਠੀਕ ਆ, ਫਾਰਮੂਲੇ ਨੂੰ ਪਰਿਭਾਸ਼ਿਤ ਕਰੋ ਜਾਂ ਕਿਸੇ ਵੀ 3 ਗਣਿਤਿਕ ਫੰਕਸ਼ਨਸ ਦੇ ਨਾਮ ਦੱਸੋ। ਸੋ ਇਹਨਾਂ ਦੋਨਾਂ ਵਿੱਚ ਪਹਿਲੇ ਪ੍ਰਸ਼ਨ ਦਾ ਆਂਸਰ ਕਰਦੇ ਹਾਂ। ਸੋ ਇਸ ਦਾ ਆਂਸਰ ਹੈ, ਫਾਰਮੂਲਾ ਇੱਕ ਸਮੀਕਰਨ ਹੁੰਦੀ ਹੈ ਜੋ ਮੁੱਲਾਂ ਤੇ ਕੰਮ ਕਰਦੀ ਹੈ। ਇਹਨਾਂ ਸਮੀਕਰਨਾਂ ਵਿੱਚ ਸਥਿਰ ਮੁੱਲ, ਸੈੱਲ, ਐਡਰੈਸ ਅਤੇ ਆਪਰੇਟਰ ਸ਼ਾਮਿਲ ਹੁੰਦੇ ਹਨ। ਐਕਸਲ ਵਿੱਚ ਸੰਖਿਆਤਮਕ ਡਾਟਾ ਅਤੇ ਗਣਨਾ ਕਰਨ ਲਈ ਫਾਰਮੂਲੇ ਵਰਤੇ ਜਾਂਦੇ ਹਨ। ਹਰੇਕ ਫਾਰਮੂਲਾ ਬਰਾਬਰ ਯਾਨੀ ਕਿ ਇਕੁਅਲ ਚਿੰਨ੍ਹ ਨਾਲ ਸ਼ੁਰੂ ਹੁੰਦਾ ਹੈ। ਵੱਖ-ਵੱਖ ਕਿਸਮਾਂ ਦੀ ਗਣਨਾਵਾਂ ਕਰਨ ਲਈ ਫਾਰਮੂਲੇ ਵਿੱਚ ਸਟੈਂਡਰਡ ਆਪਰੇਟਰ ਆਦਿ ਵਰਤੇ ਜਾ ਸਕਦੇ ਹਨ। ਇਸ ਤੋਂ ਬਾਅਦ ਆਪਣਾ ਅਗਲਾ ਪ੍ਰਸ਼ਨ ਹੈ 8ਵਾਂ ਹੈ, MS ਐਕਸਲ ਦੇ ਵਿਊਜ਼ ਦੇ ਨਾਂ ਲਿਖੋ। ਸੋ ਇਸ ਪ੍ਰਸ਼ਨ ਦਾ ਉੱਤਰ ਇਸ ਤਰ੍ਹਾਂ ਹੈ, MS ਐਕਸਲ ਦੇ ਵਿਊਜ਼ ਹੇਠ ਲਿਖੇ ਹਨ। ਪਹਿਲਾ ਵਿਊ ਕਿਹੜਾ ਹੈ? ਨਾਰਮਲ ਵਿਊ। ਦੂਜਾ ਹੈ ਪੇਜ ਲੇਆਊਟ ਵਿਊ, ਤੀਜਾ ਆਪਣਾ ਪੇਜ ਬ੍ਰੇਕ ਪ੍ਰੀਵਿਊ ਤੇ ਚੌਥਾ ਕਸਟਮ ਵਿਊ ਤੇ ਪੰਜਵਾਂ ਹੈ ਫੁੱਲ ਸਕਰੀਨ ਵਿਊ। ਸੋ MS ਐਕਸਲ ਵਿੱਚ ਕਿਹੜੇ ਵਿਊ ਹੁੰਦੇ ਹਨ, ਇਸ ਦਾ ਆਂਸਰ ਇਸ ਤਰ੍ਹਾਂ ਹੈ। ਸੋ ਨੈਕਸਟ ਹੈ ਆਪਣਾ 9ਵਾਂ ਪ੍ਰਸ਼ਨ ਹੈ ਜੋ ਕਿ 3 ਅੰਕਾਂ ਦਾ ਆਖਰੀ ਪ੍ਰਸ਼ਨ ਹੈ, DBMS ਬਾਰੇ ਤੁਸੀਂ ਕੀ ਜਾਣਦੇ ਹੋ। ਉਸ ਕੁਐਸਚਨ ਦਾ ਉੱਤਰ ਹੈ DBMS ਦਾ ਅਰਥ ਹੈ ਡਾਟਾਬੇਸ ਮੈਨੇਜਮੈਂਟ ਸਿਸਟਮ। ਠੀਕ ਹੈ, ਸੋ ਜੋ ਆਪਾਂ ਨੂੰ ਫੁੱਲ ਫਾਰਮ ਦੱਸੀ ਹੈ DBMS ਦੀ ਅਰਥ ਕੀ ਹੈ, ਡਾਟਾਬੇਸ ਮੈਨੇਜਮੈਂਟ ਸਿਸਟਮ। ਠੀਕ ਹੈ, ਤੁਸੀਂ ਇਸ ਫੁੱਲ ਫਾਰਮ ਨੂੰ ਵੀ ਯਾਦ ਕਰਨਾ ਹੈ। ਠੀਕ ਹੈ, ਇਹ ਵੀ ਤੁਹਾਡੇ ਕੋਲ 1 ਅੰਕ ਦਾ ਪ੍ਰਸ਼ਨ ਆ ਸਕਦਾ ਹੈ। ਫਾਈਲ ਪ੍ਰੋਸੈਸਿੰਗ ਸਿਸਟਮ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਡਾਟਾਬੇਸ ਮੈਨੇਜਮੈਂਟ ਸਿਸਟਮ ਯਾਨੀ ਕਿ DBMS ਨਾਮ ਦੀ ਇੱਕ ਨਵਾਂ ਸਿਸਟਮ ਤਿਆਰ ਕੀਤਾ ਗਿਆ ਸੀ। DBMS ਇੱਕ ਸਿਸਟਮ ਸੌਫਟਵੇਅਰ ਹੈ। ਇਹ ਸਾਨੂੰ ਡਾਟਾਬੇਸ ਦੇ ਡਾਟਾ ਬਣਾਉਣ, ਮੁੜ ਪ੍ਰਾਪਤ ਕਰਨ, ਅਪਡੇਟ ਕਰਨ ਅਤੇ ਪ੍ਰਬੰਧਿਤ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ। ਸਧਾਰਨ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ DBMS ਇੱਕ ਸੌਫਟਵੇਅਰ ਲੇਅਰ ਹੈ ਜੋ ਯੂਜ਼ਰ ਅਤੇ ਡਾਟਾਬੇਸ ਵਿਚਕਾਰ ਇੱਕ ਇੰਟਰਫੇਸ ਦੇ ਪ੍ਰਦਾਨ ਕਰਦਾ ਹੈ। ਠੀਕ ਹੈ, ਇੱਥੇ ਆਪਾਂ ਨੂੰ ਇਹ ਚਿੱਤਰ ਦਿੱਤਾ ਗਿਆ ਹੈ ਡਾਟਾਬੇਸ ਜੋ ਕਿ ਜਿਹਨੇ ਵਿੱਚ DBMS ਹੁੰਦੇ ਯੂਜ਼ਰ 1, ਯੂਜ਼ਰ 2, ਯੂਜ਼ਰਸ 3
ਤੇ ਇਹ ਚਿੱਤਰ ਵੀ ਤੁਸੀਂ ਜ਼ਰੂਰ ਯਾਦ ਕਰਨਾ। ਸੋ ਇਹ ਹਨ ਆਪਣੇ 3 ਅੰਕਾਂ ਦੇ ਪ੍ਰਸ਼ਨ, ਇਹਨਾਂ ਦੇ ਆਨਸਰ ਆਪਾਂ ਇਸ ਤਰ੍ਹਾਂ ਕਰਨੇ ਹਨ। ਇਸ ਤੋਂ ਬਾਅਦ ਆਪਣਾ ਪਾਰਟ ਸੀ ਹੈ ਲੌਂਗ ਆਨਸਰ ਟਾਈਪ ਕੁਐਸਚਨਸ, ਠੀਕ ਹੈ। ਆਪਣੇ ਕੋਲ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਪੁੱਛੇ ਗਏ ਹਨ। ਸੋ ਆਪਣਾ 10ਵਾਂ ਪ੍ਰਸ਼ਨ ਹੈ ਗੂਗਲ ਐਪਸ ਕੀ ਹਨ, ਕਿਸੇ ਵੀ 2 ਗੂਗਲ ਐਪਸ ਦਾ ਵਰਣਨ ਕਰੋ, ਜਾਂ ਗੂਗਲ ਡਰਾਈਵ ਕੀ ਹੈ, ਗੂਗਲ ਡਰਾਈਵ ਦੇ ਵੱਖ-ਵੱਖ ਲਾਭ ਦੱਸੋ। ਇਹ ਦੋਨੋਂ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹਨ। ਇਹਨਾਂ ਦੋਨਾਂ ਵਿੱਚ ਪਹਿਲੇ ਪ੍ਰਸ਼ਨ ਦਾ ਬਹੁਤ ਹੀ ਸੌਖਾ ਉੱਤਰ ਹੈ। ਦੋਸਤੋ ਇਸ ਪ੍ਰਸ਼ਨ ਦਾ ਉੱਤਰ ਆਪਾਂ ਇਸ ਤਰ੍ਹਾਂ ਕਰਨਾ ਹੈ। ਸਭ ਤੋਂ ਪਹਿਲਾਂ ਆਪਾਂ ਦੱਸਣਾ ਹੈ ਗੂਗਲ ਐਪਸ ਕੀ ਹੁੰਦੇ ਹਨ। ਗੂਗਲ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਵੈਬ ਆਧਾਰਿਤ ਐਪਲੀਕੇਸ਼ਨ ਦੇ ਸਮੂਹਾਂ ਨੂੰ ਗੂਗਲ ਐਪਸ ਕਿਹਾ ਜਾਂਦਾ ਹੈ। ਇਹਨਾਂ ਐਪਸ ਦੀ ਵਰਤੋਂ ਕਰਨ ਲਈ ਸਾਡੇ ਕੋਲ ਇੱਕ ਗੂਗਲ ਅਕਾਊਂਟ ਹੋਣਾ ਚਾਹੀਦਾ ਹੈ। ਜੀਮੇਲ, ਕੈਲੰਡਰ, ਮੈਪਸ ਆਦਿ ਕੁਝ ਮਹੱਤਵਪੂਰਨ ਗੂਗਲ ਐਪਸ ਹਨ। ਸਭ ਤੋਂ ਪਹਿਲਾਂ ਆਪਾਂ ਗੂਗਲ ਵਿੱਚ ਜੀਮੇਲ ਦੀ ਵਿਆਖਿਆ ਕਰਨੀ ਹੈ। ਇਸ ਐਪ ਦੀ ਵਰਤੋਂ ਈਮੇਲ ਭੇਜਣ ਤੇ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ। ਇਸ ਐਪ ਦੀ ਵਰਤੋਂ ਕਰਕੇ ਅਸੀਂ ਕਿਸੇ ਵੀ ਵਿਅਕਤੀ ਨੂੰ ਮੋਬਾਈਲ ਜਾਂ ਕੰਪਿਊਟਰ ਤੋਂ ਸੁਨੇਹਾ ਭੇਜ ਸਕਦੇ ਹਾਂ। ਫਿਰ ਆਪਾਂ ਗੂਗਲ ਡਰਾਈਵ ਨੂੰ ਐਕਸਪਲੇਨ ਕਰਨਾ ਹੈ। ਇਹ ਗੂਗਲ ਐਪ ਸਾਨੂੰ ਫਾਈਲਾਂ ਨੂੰ ਆਨਲਾਈਨ ਸਟੋਰ ਕਰਨ ਅਤੇ ਸ਼ੇਅਰ ਕਰਨ ਦੀ ਇਜਾਜ਼ਤ ਦਿੰਦਾ ਹੈ। ਡਾਟਾ ਸਟੋਰ ਕਰਨ ਲਈ ਗੂਗਲ ਹਰੇਕ ਅਕਾਊਂਟ ਨੂੰ 15 GB ਸਟੋਰੇਜ ਸਪੇਸ ਪ੍ਰਦਾਨ ਕਰਦਾ ਹੈ, ਠੀਕ ਹੈ। ਗੂਗਲ ਐਪਸ ਕੀ ਹਨ, ਕਿਸੇ ਵੀ 2 ਗੂਗਲ ਐਪਸ ਦਾ ਵਰਣਨ ਕਰੋ। ਜੇਕਰ ਤੁਹਾਨੂੰ YouTube ਦਾ ਆਉਂਦਾ ਹੈ, ਠੀਕ ਹੈ, YouTube ਕੈਲੰਡਰ ਜਾਂ ਕਿਸੇ ਹੋਰ ਗੂਗਲ ਦੀ ਸਰਵਿਸ ਦਾ ਤੁਹਾਨੂੰ ਆਨਸਰ ਆਉਂਦਾ ਤੁਸੀਂ ਉਹ ਵੀ ਕਰ ਸਕਦੇ ਹੋ। ਇਸ ਤੋਂ ਬਾਅਦ ਆਪਣਾ ਅਗਲਾ ਪ੍ਰਸ਼ਨ ਹੈ 11ਵਾਂ ਹੈ, ਜੋ ਕਿ ਬਹੁਤ ਮਹੱਤਵਪੂਰਨ ਹੈ। ਚੰਗੀ ਗਵਰਨੈਂਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਲਿਖੋ, ਜਾਂ ਈ ਗਵਰਨੈਂਸ ਕੀ ਹੈ। ਈ ਗਵਰਨੈਂਸ ਦੇ 4 ਮਾਡਲਾਂ ਦੀ ਵਿਆਖਿਆ ਕਰੋ। ਇਹਨਾਂ ਦੋਨਾਂ ਵਿੱਚ ਆਪਣੇ ਦੂਜੇ ਪ੍ਰਸ਼ਨ ਦਾ ਆਨਸਰ ਸੌਖਾ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਦੱਸਣਾ ਹੈ ਈ ਗਵਰਨੈਂਸ ਕੀ ਹੁੰਦਾ ਹੈ। ਈ ਗਵਰਨੈਂਸ ਦਾ ਅਰਥ ਹੈ ਇਲੈਕਟ੍ਰੋਨਿਕ ਗਵਰਨੈਂਸ। ਇਹ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਰੇਂਜ ਅਤੇ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ICT ਦੀ ਵਰਤੋਂ ਕੀਤੀ ਜਾਂਦੀ ਹੈ। ਈ ਗਵਰਨੈਂਸ ਨੇ ਸਰਕਾਰ ਦੇ ਕੰਮਕਾਜ ਨੂੰ ਹੋਰ ਪਾਰਦਰਸ਼ੀ ਬਣਾਇਆ ਹੈ। ਫਿਰ ਆਪਾਂ ਈ ਗਵਰਨੈਂਸ ਦੇ ਮਾਡਲ ਦੱਸਣੇ ਹਨ ਕੋਈ 4। ਸਭ ਤੋਂ ਪਹਿਲਾਂ ਤੁਸੀਂ ਦੱਸਣਾ ਹੈ ਗਵਰਨਮੈਂਟ ਟੂ ਸਿਟੀਜ਼ਨ, ਠੀਕ ਹੈ, ਮਤਲਬ ਕਿ G2C। ਇਹ ਮਾਡਲ ਉਹਨਾਂ ਸਰਕਾਰੀ ਸੇਵਾਵਾਂ ਨੂੰ ਦਰਸਾਉਂਦਾ ਹੈ ਜੋ ਨਾਗਰਿਕਾਂ ਦੁਆਰਾ ਵਰਤੀਆਂ ਜਾਂਦੀਆਂ ਹਨ। ਉਦਾਹਰਨ ਲਈ ਆਨਲਾਈਨ ਬਿੱਲਾਂ ਦਾ ਭੁਗਤਾਨ, ਆਨਲਾਈਨ ਪਾਸਪੋਰਟ ਰਜਿਸਟ੍ਰੇਸ਼ਨ ਆਦਿ। ਇਸ ਤੋਂ ਬਾਅਦ ਆਪਾਂ G2B, ਜਿਹਨੂੰ ਗਵਰਨਮੈਂਟ ਟੂ ਬਿਜ਼ਨਸਮੈਨ ਵੀ ਕਹਿੰਦੇ ਹਨ, ਇਸ ਨੂੰ ਵਿਆਖਿਆ ਕਰਨੀ ਹੈ। ਇਹ ਮਾਡਲ ਉਹਨਾਂ ਸਰਕਾਰੀ ਸੇਵਾਵਾਂ ਨੂੰ ਦਰਸਾਉਂਦਾ ਹੈ ਜੋ ਕਾਰੋਬਾਰੀਆਂ ਦੁਆਰਾ ਵਰਤੀਆਂ ਜਾਂਦੀਆਂ ਹਨ। ਉਦਾਹਰਨ ਲਈ ਟੈਕਸ ਸੰਬੰਧੀ ਸੇਵਾਵਾਂ, ਬਿੱਲ ਦੀ ਪੇਮੈਂਟ ਆਦਿ। ਇਸ ਤੋਂ ਬਾਅਦ ਆਪਾਂ G2E, ਜਿਹਨੂੰ ਗਵਰਨਮੈਂਟ ਟੂ EMPLOYE ਕਹਿੰਦੇ ਹਨ। ਇਹ ਮਾਡਲ ਉਹਨਾਂ ਸਰਕਾਰੀ ਸੇਵਾਵਾਂ ਨੂੰ ਦਰਸਾਉਂਦਾ ਹੈ ਜੋ ਕਿਸੇ ਇਸਦੇ ਕਰਮਚਾਰੀਆਂ ਦੁਆਰਾ ਵਰਤੀਆਂ ਜਾਂਦੀਆਂ ਹਨ। ਉਦਾਹਰਨ ਲਈ ਕਰਮਚਾਰੀ ਕਿਸੇ ਵੀ ਕਿਸਮ ਦੇ ਨਿਯਮਾਂ ਸੰਬੰਧੀ ਜਾਣਕਾਰੀ ਹਾਸਲ ਕਰ ਸਕਦੇ ਹਨ। ਕਰਮਚਾਰੀ ਆਪਣੇ ਤਨਖਾਹ ਦੇ ਰਿਕਾਰਡ ਆਦਿ ਦੀ ਜਾਂਚ ਕਰ ਸਕਦੇ ਹਨ। ਇਸ ਤੋਂ ਬਾਅਦ ਆਪਣਾ ਚੌਥਾ ਮਾਡਲ ਹੈ ਗਵਰਨਮੈਂਟ ਟੂ ਗਵਰਨਮੈਂਟ, ਜਿਹਨੂੰ ਆਪਾਂ G2G ਕਹਿੰਦੇ ਹਨ। ਇਹ ਮਾਡਲ ਉਹਨਾਂ ਸਰਕਾਰੀ ਸੇਵਾਵਾਂ ਨੂੰ ਦਰਸਾਉਂਦਾ ਹੈ ਜੋ ਸਰਕਾਰਾਂ ਵਿਚਕਾਰ ਸਾਂਝੀਆਂ ਹੁੰਦੀਆਂ ਹਨ। ਉਦਾਹਰਨ ਵਜੋਂ ਵੱਖ-ਵੱਖ ਰਾਜਾਂ ਦੇ ਲਈ ਪੁਲਿਸ ਵਿਭਾਗ ਵਿਚਕਾਰ ਜਾਣੀ ਸਾਂਝੀ ਕਰਨਾ। ਸੋ ਇਹ ਹਨ ਆਪਣੇ 5 ਅੰਕਾਂ ਦੇ ਪ੍ਰਸ਼ਨ। ਇਹਨਾਂ ਦੇ ਆਨਸਰ ਆਪਾਂ ਇਸ ਤਰ੍ਹਾਂ ਕਰਨੇ ਹਨ। ਸੋ ਆਪਾਂ ਤੁਹਾਡੇ ਕੰਪਿਊਟਰ ਵਿਸ਼ੇ ਦੇ ਪੇਪਰ ਲਈ ਹੋਰ ਵੀਡੀਓ ਬਣਾਈ ਹੈ ਜੋ ਕਿ ਤੁਹਾਨੂੰ ਸਕਰੀਨ ਤੇ ਦਿਖ ਰਹੀ ਹੈ। ਤੁਸੀਂ ਇਸ ਵੀਡੀਓ ਤੇ ਕਲਿੱਕ ਕਰਕੇ ਇਸ ਵੀਡੀਓ ਨੂੰ ਵੀ ਜ਼ਰੂਰ ਦੇਖਣਾ। ਸੋ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ। ਜੈ ਹਿੰਦ।